ਪਹਿਲਾਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਕੰਮ ਜਦੋਂ ਸਾਡਾ ਬ੍ਰੇਨ ਜਿਹੜਾ ਆ ਉਹਦੀ ਇੰਨੀ ਜ਼ਿਆਦਾ ਪਾਵਰ ਹੈ ਕਿ ਅਸੀਂ ਉਹਦਾ ਪੂਰਾ ਯੂਜ਼ ਆਪਣੀ ਪੂਰੀ ਲਾਈਫ ਦੇ ਵਿੱਚ ਵੀ ਨਹੀਂ ਕਰ ਪਾਉਂਦੇ। ਈਵਨ ਅਸੀਂ 20% ਤੱਕ ਵੀ ਨਹੀਂ ਯੂਜ਼ ਕਰ ਪਾਉਂਦੇ ਹੈਗੇ। ਤੇ ਜਿੰਨਾ ਜ਼ਿਆਦਾ ਅਸੀਂ ਜਿਸ ਚੀਜ਼ ਨੂੰ ਯੂਜ਼ ਵਿੱਚ ਸੌਰੀ ਕਾਲ ਆ ਗਈ ਸੀ, ਤੇ ਇਹਦੇ ਵਿੱਚ ਕੀ ਹੈਗਾ ਕਿ ਅਸੀਂ ਕੀ ਕਰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਕੰਮ ਦੇ ਵਿੱਚ ਰੁਝਾ ਕੇ ਰੱਖਦੇ ਹਾਂ, ਕੋਈ ਵੀ ਕੰਮ ਜਿਹੜਾ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਉਸ ਕੰਮ ਤੇ ਫੋਕਸ ਕਰਦੇ ਹੈਗੇ ਆ, ਉਨਾ ਹੀ ਜ਼ਿਆਦਾ ਅਸੀਂ ਸਕਸੈਸ ਦੇ ਜਿਹੜੇ ਆ ਉਹ ਨੇੜੇ ਹੁੰਦੇ ਜਾਂਦੇ ਆ। ਆਪਾਂ ਦੇਖਦੇ ਹਾਂ ਕਿ ਲਾਈਫ ਦੇ ਵਿੱਚ ਹਰੇਕ ਬੰਦਾ ਜਿਹੜਾ ਉਹ ਸਕਸੈਸਫੁਲ ਬਣਨਾ ਚਾਹੁੰਦਾ ਹੈ, ਕਿਉਂਕਿ ਹਰ ਬੰਦੇ ਨੂੰ ਸਕਸੈਸ ਜਿਹੜੀ ਉਹ ਅਟਰੈਕਟ ਕਰਦੀ ਆ, ਹਰ ਬੰਦੇ ਨੂੰ ਦਾ ਮਨ ਕਰਦਾ ਕਿ ਉਹ ਸਿਖਰ ਤੇ ਪਹੁੰਚੇ। ਪਰ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਟੌਪ ਤੇ ਨਹੀਂ ਪਹੁੰਚ ਪਾਉਂਦੇ। ਉਹਦੇ ਬਹੁਤ ਸਾਰੇ ਕਾਰਨ ਹੁੰਦੇ ਹੈਗੇ, ਆਪਾਂ ਉਹਨਾਂ ਕਾਰਨਾਂ ਨੂੰ ਦੇਖਣਾ ਹੈ, ਕਿਉਂਕਿ ਜਦੋਂ ਤੱਕ ਅਸੀਂ ਉਹਨਾਂ ਕਾਰਨਾਂ ਨੂੰ ਨਹੀਂ ਦੇਖਦੇ ਅਸੀਂ ਆਪਣੇ ਆਪ ਦੇ ਵਿੱਚ ਚੇਂਜ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ। ਜਿਵੇਂ ਅਸੀਂ ਇਸ ਬੁੱਕ ਨੂੰ ਰੀਡ ਕਰ ਰਹੇ ਹਾਂ ਕਿ ਵੱਡਾ ਸੋਚੋ, ਜਿਸ ਤਰ੍ਹਾਂ ਦਾ ਤੁਸੀਂ ਸੋਚੋਗੇ ਉਵੇਂ ਦੇ ਤੁਸੀਂ ਬਣ ਜਾਓਗੇ, ਤੇ ਕੰਮ ਕਰਨ ਦਾ ਵੀ ਤਰੀਕਾ ਤੁਹਾਡਾ ਜਿਹੋ ਜਿਹਾ ਹੋਏਗਾ ਉਹੋ ਜਿਹੇ ਪ੍ਰੋਡਕਟਿਵ ਤੁਸੀਂ ਬਣ ਜਾਓਗੇ, ਉਹੋ ਜਿਹੀ ਤੁਹਾਡੀ ਆਊਟਪੁੱਟ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਊਗੀ। ਉਹਦੇ ਨਾਲ ਰਿਲੇਟਡ ਮੈਂ ਤੁਹਾਡੇ ਨਾਲ 1-2 ਪੁਆਇੰਟਸ ਜਿਹੜੇ ਉਹ ਸ਼ੇਅਰ ਕਰੂੰਗੀ। ਸਭ ਤੋਂ ਪਹਿਲਾਂ ਸਾਡੇ ਵਿੱਚ ਇੱਕ ਆਮ ਜਿਹੜੀ ਆਦਤ ਹੈ ਇੱਕ ਅਸਫਲ ਲੋਕ ਦੀ, ਉਹ ਇਹ ਹੈਗੀ ਕਿ ਅਸੀਂ ਕੰਮ ਨੂੰ ਟਾਲ ਦਿੰਦੇ ਹਾਂ। ਜਿਵੇਂ ਅਸੀਂ ਕੋਈ ਕੰਮ ਸ਼ੁਰੂ ਕੀਤਾ, ਕੋਈ ਮੁਸ਼ਕਿਲ ਆਈ ਹੈ, ਕੋਈ ਹਰਡਲ ਆਇਆ, ਫਿਲਹਾਲ ਦਾ ਫॉर द ਟਾਈਮਿੰਗ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਇਹਨੂੰ ਆਪਾਂ ਬਾਅਦ ਵਿੱਚ ਦੇਖ ਲਵਾਂਗੇ। ਇਸ ਆਦਤ ਨੂੰ ਹਟਾਉਣਾ ਜਿਹੜਾ ਉਹ ਸਭ ਤੋਂ ਜ਼ਰੂਰੀ ਹੈਗਾ। ਜਦੋਂ ਵੀ ਕੋਈ ਕੰਮ ਅਸੀਂ ਸ਼ੁਰੂ ਕੀਤਾ ਹੈਗਾ, ਉਸ ਕੰਮ ਨੂੰ ਉਸੇ ਸਮੇਂ ਸ਼ੁਰੂ ਕਰਕੇ ਤੇ ਉਹ ਜਦ ਤੱਕ ਖਤਮ ਨਹੀਂ ਹੋ ਜਾਂਦਾ ਉਹਦੇ ਵਿੱਚ ਟਿਕੇ ਰਹਿਣਾ ਬਹੁਤ ਜ਼ਰੂਰੀ ਹੈਗਾ। ਜਦੋਂ ਅਸੀਂ ਕਿਸੇ ਕੰਮ ਨੂੰ ਟਾਲਣਾ ਸ਼ੁਰੂ ਕਰ ਦਿੰਦੇ ਹਾਂ, ਮੰਨ ਲਓ ਅਸੀਂ ਕਿਸੇ ਕੰਮ ਨੂੰ ਅੱਜ ਟਾਲ ਦਿੱਤਾ ਕਿ ਕੋਈ ਗੱਲ ਨਹੀਂ, ਇਸ ਕੰਮ ਨੂੰ ਅਸੀਂ ਕੱਲ ਕਰ ਲਵਾਂਗੇ ਜਾਂ ਫਿਰ ਥੋੜੀ ਦੇਰ ਰੁਕ ਕੇ ਕਰ ਲਵਾਂਗੇ, ਫਿਰ ਕੀ ਹੁੰਦਾ ਹੈ ਕਿ ਸਾਡਾ ਮਾਈਂਡ ਜਿਹੜਾ ਆ ਉਹਨੂੰ ਹੋਰ ਚੀਜ਼ਾਂ ਜਿਹੜੀਆਂ ਉਹ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਇਹ ਜਿਹੜਾ ਮਾਈਂਡ ਸਾਡਾ ਹੈਗਾ ਇਹਦੇ ਵਿੱਚ ਬਹੁਤ ਹਜ਼ਾਰਾਂ ਹੀ ਵਿਚਾਰ ਆਉਂਦੇ ਨੇ, ਤੇ ਜਦੋਂ ਇੱਕ ਵਿਚਾਰ ਨੂੰ ਅਸੀਂ ਨਹੀਂ ਕਰ ਪਾਉਂਦੇ, ਉਸ ਵਿਚਾਰ ਤੇ ਅਮਲ ਨਹੀਂ ਕਰ ਪਾਉਂਦੇ, ਤਾਂ ਇਹਦੇ ਅੰਦਰ ਕੋਈ ਹੋਰ ਆਈਡੀਆਜ਼ ਆਉਣੇ ਸ਼ੁਰੂ ਹੋ ਜਾਂਦੇ ਆ। ਜਦੋਂ ਦਿੱਤਾ ਤਾਂ ਨੈਕਸਟ ਆਈਡੀਆ ਆ ਗਿਆ, ਜਿਹੜਾ ਸਾਡਾ ਪਹਿਲਾ ਵਿਚਾਰ ਸਾਡੇ ਮਨ ਦੇ ਵਿੱਚ ਪੈਦਾ ਹੋਇਆ ਸੀਗਾ, ਉਹ ਵਿਚਾਰ ਤੇ ਅਸੀਂ ਅਮਲ ਨਹੀਂ ਕਰ ਪਾਏ। ਤੇ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਕੀ ਕਰਦੇ ਹਾਂ, ਅਸੀਂ ਜਾਣੇ ਅਣਜਾਣੇ ਵਿੱਚ ਆਪਣੇ ਦਿਮਾਗ ਵਿੱਚ ਆਉਣ ਵਾਲੇ ਵਿਚਾਰਾਂ ਨੂੰ ਜਿਹੜਾ ਆ ਉਹ ਕਈ ਵਾਰੀ ਇੰਨੇ ਅੱਛੇ ਸਾਡੇ ਥਾਟਸ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਪਹਿਚਾਣ ਨਹੀਂ ਪਾਉਂਦੇ। ਕਿਉਂ? ਕਿਉਂਕਿ ਸਾਨੂੰ ਏਦਾਂ ਲੱਗਦਾ ਕਿ ਅਸੀਂ ਹਜੇ ਪ੍ਰਿਪੇਅਰ ਨਹੀਂ ਹੈਗੇ। ਕਈ ਵਾਰੀ ਜਿਹੜੀ ਮੈਂ ਦੂਜੀ ਗੱਲ ਸ਼ੇਅਰ ਕਰੂੰਗੀ ਕਿ ਜਿਹੜਾ ਟਾਈਮ ਹੈਗਾ ਉਹ ਸਹੀ ਨਹੀਂ ਹੈਗਾ, ਹਾਲਾਤ ਠੀਕ ਹੋ ਜਾਣਗੇ ਮੈਂ ਫਿਰ ਕੰਮ ਕਰਾਂਗਾ, ਜਾਂ ਫਿਰ ਮੇਰੀਆਂ ਥੋੜੀਆਂ ਕੰਡੀਸ਼ਨਸ ਹੈਗੀਆਂ ਨੇ ਕਿ ਹਾਂ ਅਗਰ ਇਹ ਸਿਚੁਏਸ਼ਨ ਜਿਹੜੀਆਂ ਠੀਕ ਹੋ ਜਾਣਗੀਆਂ ਜਾਂ ਮੇਰੇ ਅਕੋਰਡਿੰਗ ਜਦੋਂ ਸਾਰਾ ਕੁਝ ਚੱਲਣਾ ਸ਼ੁਰੂ ਹੋ ਜਾਏਗਾ ਤਾਂ ਮੈਂ ਉਦੋਂ ਕੰਮ ਕਰੂੰਗਾ, ਜਾਂ ਮੈਨੂੰ ਇਹ ਵਾਲੀ ਸਮੱਸਿਆ ਜਿਹੜੀ ਉਹ ਕੰਮ ਦੇ ਵਿੱਚ ਨਾ ਆਵੇ। ਪਰ ਜਦ ਤੱਕ ਅਸੀਂ ਕੰਮ ਕਰਨਾ ਸ਼ੁਰੂ ਨਹੀਂ ਕਰ ਰਹੇ ਤਾਂ ਸਾਨੂੰ ਨਹੀਂ ਪਤਾ ਕਿ ਉਸ ਕੰਮ ਦੇ ਵਿੱਚ ਕੀ ਪ੍ਰੋਬਲਮਸ ਆਉਗੀਆਂ ਨਾ। ਅਸੀਂ ਕੰਮ ਨੂੰ ਟਾਲ ਦਿੱਤਾ, ਸਾਡੇ ਅੰਦਰ ਕੀ ਸੀ, ਇੱਕ ਡਰ ਸੀਗਾ ਕਿ ਜਦੋਂ ਮੈਂ ਕੰਮ ਨੂੰ ਕਰਾਂਗਾ ਤਾਂ ਹੋ ਸਕਦਾ ਕਿ ਮੈਨੂੰ ਲਾਸ ਹੋ ਜਾਵੇ ਜਾਂ ਮੈਨੂੰ ਕਿਤੇ ਕੋਈ ਪ੍ਰੋਬਲਮ ਇਹੋ ਜਿਹੀ ਨਾ ਆ ਜਾਵੇ ਕਿ ਮੈਂ ਇਸ ਕੰਮ ਨੂੰ ਕਰਦਾ ਕਰਦਾ ਵੀ ਪੁਰਾਣੇ ਕੰਮ ਤੋਂ ਵੀ ਆਵਾਂ। ਜਾਂ ਫਿਰ ਇਹੋ ਜਿਹਾ ਵਿਚਾਰ ਆ ਜਾਂਦਾ ਕਈ ਵਾਰੀ ਸਾਡੇ ਮਨ ਦੇ ਵਿੱਚ ਵੀ ਹਾਂ ਪਤਾ ਨਹੀਂ ਮੈਂ ਇਹ ਕੰਮ ਸ਼ੁਰੂ ਕਰਨ ਲੱਗਾ ਮੈਨੂੰ ਸਕਸੈਸ ਮਿਲਣੀ ਕਿ ਨਹੀਂ ਮਿਲਣੀ। ਪਰ ਜਦ ਤੱਕ ਅਸੀਂ ਉਸ ਕੰਮ ਦੇ ਅੰਦਰ ਜਾਵਾਂਗੇ ਹੀ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਉਸ ਕੰਮ ਦੇ ਵਿੱਚ ਪ੍ਰੋਬਲਮ ਕੀ ਹੈਗੀ ਆ, ਹਨਾ। ਇੱਥੇ ਮੈਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗੀ। ਜਿਵੇਂ ਕਿ ਮੈਨੂੰ ਅਗਰ ਕੁਝ ਖਾਣਾ ਬਣਾਉਣਾ ਹੈ ਤੇ ਅਗਰ ਮੈਂ ਇਹ ਸੋਚੀ ਜਾਊਂਗੀ ਕਿ ਹਾਂ ਯਾਰ ਅਗਰ ਮੈਂ ਗੈਸ ਬਾਲੂੰਗੀ ਤਾਂ ਕਿਤੇ ਮੈਨੂੰ ਮੇਰੇ ਕੋਲੋਂ ਸਹੀ ਤਰ੍ਹਾਂ ਨਾਲ ਬਲੂਗੀ ਕਿ ਨਹੀਂ ਬਲੂਗੀ, ਮੈਂ ਆਟਾ ਸਹੀ ਤਰ੍ਹਾਂ ਨਾਲ ਗੁੰਨ ਪਾਉਂਗੀ ਕਿ ਨਹੀਂ ਗੁੰਨ ਪਾਉਂਗੀ, ਇੱਕ ਰੋਜ਼ ਦੀ ਐਗਜ਼ਾਮਪਲ ਹੈਗੀ ਹੈ। ਪਰ ਜਦੋਂ ਮੈਂ ਕਿਚਨ ਦੇ ਵਿੱਚ ਜਾਊਂਗੀ, ਠੀਕ ਹੈ, ਮੈਂ ਇੱਕ ਵਾਰ ਕੰਮ ਕਰਨਾ ਸਟਾਰਟ ਕਰ ਦਿੱਤਾ ਤਾਂ ਉਹ ਮੇਰੇ ਕੋਲੋਂ ਕੰਮ ਹੋ ਜਾਣਾ। ਇਹ ਤਾਂ ਛੋਟੀ ਜਿਹੀ ਐਗਜ਼ਾਮਪਲ ਸੀਗੀ। ਐਵੇਂ ਹੀ ਅਗਰ ਮੈਂ ਕੋਈ ਕਾਰ ਡਰਾਈਵ ਕਰਨੀ ਹੈ ਜਾਂ ਮੈਂ ਕੋਈ ਬਿਜ਼ਨਸ ਕਰਨਾ ਹੈ, ਮੈਂ ਉਸ ਕੰਮ ਦੇ ਵਿੱਚ ਉਸ ਰੰਜਿਸ਼ ਆਪकी ਪਹਿਚਾਨ ਹੁੰਦੀ ਹੈ ਕਿ ਉਹ ਮੁਸ਼ਕਿਲਾਂ ਨੂੰ ਸੋਚੇ ਬਿਨਾਂ ਹੀ ਕੰਮ ਨੂੰ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦੇ ਅੰਦਰ ਜਿਹੜੇ ਆਈਡੀਆਜ਼ ਆਉਂਦੇ ਨੇ ਉਹ ਉਹਨਾਂ ਤੇ ਉਸੇ ਟਾਈਮ ਹੀ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ। ਮੁਸ਼ਕਿਲਾਂ ਆਉਣਾ
ਸੁਭਾਵਿਕ ਹੈ, ਬਿਨਾਂ ਮੁਸ਼ਕਿਲਾਂ ਤੋਂ ਅਸੀਂ ਜਿਹੜੇ ਆ ਸਕਸੈਸਫੁਲ ਨਹੀਂ ਹੋ ਸਕਦੇ, ਸਫਲ ਨਹੀਂ ਹੋ ਸਕਦੇ। ਬਿਕਾਜ਼ ਜਦੋਂ ਮੁਸ਼ਕਿਲਾਂ ਆਉਂਦੀਆਂ ਨੇ ਤਾਂ ਸਫਲ ਲੋਕ ਜਿਹੜੇ ਨੇ ਉਹਨਾਂ ਦਾ ਹੱਲ ਲੱਭਦੇ ਨੇ, ਹਨਾ। ਹੱਲ ਲੱਭਣ ਦੇ ਨਾਲ ਕੀ ਹੈ, ਸਾਡੀ ਜਿਹੜੀ ਪਰਸਨੈਲਿਟੀ ਆ ਉਹ ਵੀ ਡਿਵੈਲਪ ਹੁੰਦੀ ਹੈਗੀ ਆ। ਅਸੀਂ ਸੋਲਿਊਸ਼ਨ ਫਾਈਂਡਰ ਬਣ ਜਾਂਦੇ ਆ। ਜਿੱਦਾਂ ਜਿੱਦਾਂ ਅਸੀਂ ਸਕਸੈਸ ਦੇ ਨੇੜੇ ਹੁੰਦੇ ਆ, ਜਿੱਦਾਂ ਜਿੱਦਾਂ ਅਸੀਂ ਹੱਲ ਲੱਭਦੇ ਆ, ਤਾਂ ਅਸੀਂ ਕੀ ਕਰਦੇ ਆ, ਆਪਾਂ ਸੋਲਿਊਸ਼ਨ ਪ੍ਰੋਵਾਈਡਰ ਬਣ ਜਾਂਦੇ ਆ। ਆਪਾਂ ਦੂਜਿਆਂ ਨੂੰ ਵੀ ਹੱਲ ਦੇਣਾ ਸ਼ੁਰੂ ਕਰ ਦਿੰਦੇ ਆ। ਪਰ ਜਦ ਤੱਕ ਅਸੀਂ ਉਸ ਕੰਮ ਦੇ ਵਿੱਚ ਜਾਵਾਂਗੇ ਹੀ ਨਹੀਂ, ਜਦੋਂ ਅਸੀਂ ਉਸ ਕੰਮ ਨੂੰ ਟਾਲ ਦਿੱਤਾ, ਅਸੀਂ ਉਸ ਵਿਚਾਰ ਨੂੰ ਆਪਣੇ ਇੱਕ ਪੇਪਰ ਤੇ ਨਹੀਂ ਲਿਖਿਆ, ਤਾਂ ਸਾਡੇ ਦਿਮਾਗ ਨੇ ਨਵੇਂ ਵਿਚਾਰ ਪੈਦਾ ਕਰਨੇ ਸ਼ੁਰੂ ਹੋ ਜਾਣੇ। ਤੇ ਹੋਣਾ ਕੀ ਹੈ ਕਿ ਸਾਡੇ ਕਿਸੇ ਵੀ ਵਿਚਾਰ ਤੇ ਅਸੀਂ ਅਮਲ ਨਹੀਂ ਕਰ ਪਾਉਂਦੇ ਤੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ। ਤੇ ਉਹਦੇ ਉਲਟ ਸਾਨੂੰ ਕਰਨਾ ਕੀ ਚਾਹੀਦਾ ਹੈ, ਸਾਨੂੰ ਵਿਚਾਰ ਜਿਹੜੇ ਆ ਉਹ ਪੇਪਰ ਦੇ ਉੱਤੇ ਪੈਨ ਦੇ ਨਾਲ ਲਿਖਣੇ ਚਾਹੀਦੇ ਆ। ਔਰ ਉਹਨੂੰ ਕਰਨ ਦੇ ਲਈ ਇੱਕ ਵਰਡ ਮੈਨੂੰ ਬਹੁਤ ਅੱਛਾ ਲੱਗਾ, ਹੁਣੇ ਹੀ, ਰਾਈਟ ਨਾਓ। ਮੈਂ ਇਹ ਜਿਹੜਾ ਕੰਮ ਲਿਖਿਆ ਹੈ, ਜੋ ਵਿਚਾਰ ਮੇਰੇ ਮਨ ਦੇ ਵਿੱਚ ਆਇਆ ਹੈ, ਮੈਂ ਉਹਦੇ ਤੇ ਹੁਣੇ ਹੀ ਕੰਮ ਕਰਨਾ। ਜਦੋਂ ਅਸੀਂ ਹੁਣੇ ਹੀ ਵਾਲਾ ਆਪਣੀ ਲਾਈਫ ਦੇ ਵਿੱਚ ਇੱਕ ਵਰਡ ਐਡ ਕਰ ਲੈਂਦੇ ਆ, ਤਾਂ ਸਾਡੇ ਕੋਲ ਦੋਸਤੋ ਟਾਈਮ ਦੀ ਕਮੀ ਵੀ ਨਹੀਂ ਰਹਿੰਦੀ। ਇਹ ਚੀਜ਼ ਅਸੀਂ ਆਪਣੇ ਮੈਂਟੋਰਸ ਤੋਂ ਸਿੱਖ ਰਹੇ ਆ ਇਸ ਐਸੋਸੀਏਸ਼ਨ ਦੇ ਵਿੱਚ, ਕਿ ਜਦੋਂ ਅਸੀਂ ਆਪਣੇ ਕੰਮਾਂ ਨੂੰ ਮੈਨੇਜ ਕਰਦੇ ਆ, ਆਪਣੇ ਕੰਮਾਂ ਨੂੰ ਟਾਲਦੇ ਨਹੀਂ ਆ, ਆਪਣੇ ਵਿਚਾਰਾਂ ਨੂੰ ਨਹੀਂ ਟਾਲਦੇ। ਸਭ ਤੋਂ ਵੱਡੀ ਗੱਲ, ਆਪਣੇ ਵਿਚਾਰਾਂ ਨੂੰ ਨਹੀਂ ਟਾਲਦੇ ਹੈਗੇ। ਆਪਣੇ ਆਪ ਨੂੰ ਕਹਿੰਦੇ ਆ ਕਿ ਹਾਂ, ਮੇਰੇ ਅਗਰ ਮਨ ਦੇ ਵਿੱਚ ਇਹ ਵਿਚਾਰ ਆਇਆ ਆ ਤਾਂ ਮੈਂ ਇਸ ਵਿਚਾਰ ਤੇ ਹੁਣੇ ਹੀ ਕੰਮ ਕਰਾਂਗਾ, ਰਾਈਟ ਨਾਓ। ਜੋ ਵਿਚਾਰ ਆਇਆ ਉਹਨੂੰ ਐਗਜ਼ੀਕਿਊਟ ਕਰ ਦੋ, ਤਾਂ ਤੁਸੀਂ ਜਿਹੜੀ ਉਹ ਸਕਸੈਸਫੁਲ ਜਲਦੀ ਹੋ ਸਕਦਾ। ਕਿਉਂਕਿ ਜਿੰਨਾ ਚਿਰ ਤੁਸੀਂ ਕੰਮ ਨਹੀਂ ਕਰਦੇ ਹੈਗੇ, ਤੁਹਾਡੇ ਅੰਦਰ ਦਾ ਡਰ ਖਤਮ ਨਹੀਂ ਹੁੰਦਾ। ਇੱਥੇ ਇੱਕ ਬੜੀ ਅੱਛੀ ਚੀਜ਼ ਕਹੀ ਗਈ, ਜਿਹੜੇ ਕੰਮ ਤੋਂ ਤੁਹਾਨੂੰ ਡਰ ਲੱਗਦਾ ਹੈ ਉਹਨੂੰ ਕਰਨਾ ਸ਼ੁਰੂ ਕਰੋ। ਜਦੋਂ ਤੁਸੀਂ ਉਸ ਕੰਮ ਨੂੰ ਕਰੋਗੇ ਤਾਂ ਤੁਹਾਡਾ ਡਰ ਜਿਹੜਾ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾਊਗਾ ਤੇ ਤੁਸੀਂ ਸਕਸੈਸ ਦੇ ਜਿਹੜੇ ਉਹ ਨੇੜੇ ਵੱਧਦੇ ਜਾਓਗੇ। ਨੈਕਸਟ ਇੱਕ ਗੱਲ ਹੋਰ ਮੈਂ ਕਹੂੰਗੀ ਕਿ ਉਦਮੀ ਬਣੋ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ, ਜਿਹੜਾ ਮੈਂ ਕੰਮ ਟਾਲਣ ਦੀ ਗੱਲ ਕਰ ਰਹੀ ਸੀ ਨਾ, ਅਸੀਂ ਆਪਣੇ ਬ੍ਰੇਨ ਨੂੰ ਇੱਕ ਇੰਜਨ ਵਾਂਗੂ ਸਟਾਰਟ ਕਰਨਾ। ਮੈਂ ਖਾਣਾ ਖਾ ਲਿਆ ਤੇ ਮੈਂ ਬੈਠੀ ਹੋਈ ਹਾਂ, ਮੈਂ ਸੋਚ ਰਹੀ ਹਾਂ ਕਿ ਅੱਜ ਥੋੜਾ ਜਿਹਾ ਖਾਣਾ ਜ਼ਿਆਦਾ ਖਾਓ ਗਿਆ, ਤੇ ਮੈਨੂੰ ਏਦਾਂ ਕਰਨਾ ਚਾਹੀਦਾ ਕਿ ਥੋੜਾ ਰੁਕ ਕੇ ਆਪਣਾ ਜਿਹੜਾ ਕੰਮ ਉਹ ਸਟਾਰਟ ਕਰਨਾ ਚਾਹੀਦਾ। ਥੋੜਾ ਰਿਲੈਕਸ ਹੋ ਜਾਵਾਂ ਜਾਂ ਥੋੜੀ ਵਾਕ ਕਰ ਲਵਾਂ। ਵਾਕ ਕਰਨ ਤੋਂ ਬਾਅਦ ਮੇਰੇ ਮਨ 'ਚ ਕੋਈ ਹੋਰ ਵਿਚਾਰ ਆ ਗਿਆ, ਮੈਂ ਥੱਕ ਗਈ, ਮੈਂ ਥੋੜਾ ਜਿਹਾ ਟੀਵੀ ਦੇਖਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਕੀ ਹੋ ਗਿਆ, ਮੇਰਾ ਅੱਧਾ ਪੌਣਾ ਘੰਟਾ ਹੋਰ ਵੇਸਟ ਹੋ ਗਿਆ। ਮੈਂ ਆਪਣੇ ਕੰਮ ਤੋਂ ਭਟਕ ਗਈ ਤੇ 2 ਘੰਟੇ ਵੇਸਟ ਕਰ ਦਿੱਤੇ। ਪਰ ਹੋਣਾ ਕੀ ਚਾਹੀਦਾ ਸੀ ਕਿ ਮੈਨੂੰ ਵਿਚਾਰ ਆਇਆ, ਮੈਂ ਆਪਣੀਆਂ ਜਿਹੜੀਆਂ ਮਨ ਨੂੰ ਜਿਹੜਾ ਉਹ ਕੰਟਰੋਲ 'ਚ ਕੀਤਾ। ਕਈ ਬੰਦੇ ਅਸੀਂ ਦੇਖਦੇ ਹਾਂ ਕਿ ਜਿੱਦਾਂ ਹੀ ਵਿਚਾਰ ਆਉਂਦਾ, ਜਾਂ ਆਪਾਂ ਕਹਿੰਦੇ ਹਾਂ ਕਿ ਇਹ ਬੰਦਾ ਬਹੁਤ ਐਕਟਿਵ ਹੈ, ਫਟਾਫਟ ਉੱਠ ਕੇ ਬੈਠ ਜਾਂਦਾ ਔਰ ਕੰਮ ਕਰਨਾ ਸ਼ੁਰੂ ਕਰ ਦਿੰਦਾ। ਉਹਨਾਂ ਬੰਦਿਆਂ ਦੇ ਵਿੱਚ ਇਹੀ ਫਰਕ ਹੁੰਦਾ ਹੈ ਕਿ ਉਹ ਜਦੋਂ ਹੀ ਉਹਨਾਂ ਨੂੰ ਲੱਗਦਾ ਵੀ ਇਹ ਕੰਮ ਕਰਨਾ ਚਾਹੀਦਾ, ਉਹ ਆਪਣੀ ਲਾਈਫ ਦੇ ਵਿੱਚ ਹੁਣੇ ਹੀ ਵਰਡ ਦੇ ਅਕੋਰਡਿੰਗ ਕੰਮ ਕਰਦੇ ਨੇ, ਉਦਮ ਕਰਦੇ ਨੇ, ਉਸੇ ਵੇਲੇ ਉਸ ਕੰਮ ਦੇ ਵਿੱਚ ਜੁੱਟ ਜਾਂਦੇ ਨੇ ਤੇ ਉਦੋਂ ਤੱਕ ਜੁਟੇ ਰਹਿੰਦੇ ਨੇ ਜਦੋਂ ਤੱਕ ਉਹ ਕੰਮ ਜਿਹੜਾ ਉਹ ਖਤਮ ਨਾ ਹੋ ਜਾਵੇ। ਤੇ ਦੋਸਤੋ, ਜਦੋਂ ਅਸੀਂ ਕੰਮ ਨੂੰ ਖਤਮ ਕਰਦੇ ਹਾਂ, 2 ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਅਸੀਂ ਸਕਸੈਸਫੁਲ ਹੁੰਦੇ ਹਾਂ ਜਾਂ ਸਾਨੂੰ ਐਕਸਪੀਰੀਅੰਸ ਇੰਨਾ ਕੁ ਹੋ ਜਾਂਦਾ ਹੈ ਕਿ ਸਾਡੇ ਅੰਦਰ ਉਸ ਕੰਮ ਦਾ ਜਿਹੜਾ ਡਰ ਆ ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਅੱਜ ਅਸੀਂ ਇਸ ਵਰਚੁਅਲ ਸਟੇਜ ਤੇ ਬੋਲ ਰਹੇ ਹਾਂ, ਉਹਦਾ ਵੀ ਇੱਕ ਰੀਜ਼ਨ ਹੈ ਕਿ ਸਾਨੂੰ ਮੌਕਾ ਦਿੱਤਾ ਗਿਆ, ਅਸੀਂ ਦੂਸਰਿਆਂ ਨੂੰ ਬੋਲਦੇ ਹੋਏ ਸੁਣਿਆ, ਸਾਡੇ ਅੰਦਰ ਦਾ ਡਰ ਖਤਮ ਹੋਇਆ ਤੇ ਅਸੀਂ ਆਪਣੇ ਵਿਚਾਰ ਜਿਹੜੇ ਆ ਉਹ ਦੂਸਰੇ ਦੇ ਅੱਗੇ ਰੱਖ ਰਹੇ ਹਾਂ। ਨੈਕਸਟ ਮੈਂ ਇੱਕ ਗੱਲ ਕਰੂੰਗੀ ਕਿ ਵਲੰਟੀਅਰ ਬਣੋ। ਵਲੰਟੀਅਰ ਬੰਦਾ ਜਿਹੜਾ ਹੈ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਹੁੰਦਾ ਹੈ। ਇਹਦੀ ਐਗਜ਼ਾਮਪਲ ਮੈਂ ਦਊਂਗੀ ਕਿ ਮੇਰੇ ਹਸਬੈਂਡ, ਜੋ ਕਿ ਜੌਬ ਦੇ ਵਿੱਚ ਪਹਿਲਾਂ ਕਈ ਵਾਰੀ ਏਦਾਂ ਹੁੰਦਾ ਸੀਗਾ ਕਿ ਆਪਾਂ ਜਿੱਦਾਂ ਜੌਬ ਕਰਦੇ ਆ ਤਾਂ ਜੋ ਕੰਮ ਦਿੱਤਾ ਜਾਂਦਾ ਉਹੀ ਕਰਦੇ ਆ, ਪਰ ਹੁਣ ਕੀ ਕਰਦੇ ਆ, ਉਹ ਆਪਣੀ ਜਦੋਂ ਜੌਬ ਤੇ ਜਾਂਦੇ ਆ ਤਾਂ ਵਲੰਟੀਅਰਲੀ ਆਪਣੇ ਬੌਸ ਨੂੰ ਕਹਿੰਦੇ ਆ ਵੀ ਹਨਾ, ਹੋਰ ਐਕਸਟਰਾ ਕੰਮ ਹੈਗਾ ਤਾਂ ਦੱਸ ਦਿਓ, ਜਾਂ ਅਗਰ ਤੁਹਾਨੂੰ ਮੇਰੀ ਕਿਤੇ ਜ਼ਰੂਰਤ ਹੋਵੇ, ਜਾਂ ਖੁਦ ਜਾ ਕੇ ਕੰਮ ਪੁੱਛ ਲੈਣਾ। ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਇੱਕ ਇੰਪੈਕਟ ਜਿਹੜਾ ਅੱਛਾ ਪੈਂਦਾ ਹੈਗਾ ਆ। ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਲੋਕਾਂ ਨੂੰ ਨਜ਼ਰ ਆਉਂਦਾ ਹੈ ਕਿ ਇਹ ਬੰਦਾ ਜਿਹੜਾ ਹੈ ਇਹਨੂੰ ਨੌਲੇਜ ਹੈਗੀ ਆ, ਔਰ ਇਹਨੂੰ ਇਹੋ ਜਿਹੀ ਨੌਲੇਜ ਹੈਗੀ ਹੈ ਕਿ ਉਹ ਸਾਰਿਆਂ ਦੀ ਹੈਲਪ ਕਰਨਾ ਚਾਹੁੰਦਾ ਹੈ। ਤੁਹਾਡੀ ਹੈਲਪਿੰਗ ਨੇਚਰ ਜਿਹੜੀ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਤੇ ਜਦੋਂ ਤੁਸੀਂ ਆਪਣੇ ਆਪ ਆ ਕੇ ਦੂਸਰਿਆਂ ਦੀ ਮਦਦ ਕਰਦੇ ਹੋ, ਕੰਮ ਕਰਨ ਦੇ ਵਿੱਚ ਹੈਲਪ ਕਰਦੇ ਹੋ, ਤੇ ਤੁਹਾਡੀ ਜਿਹੜੀ ਸ਼ਖਸੀਅਤ ਹੈਗੀ ਆ, ਤੁਹਾਡੀ ਜਿਹੜੀ ਇਨਰ ਗਰੋਥ ਉਹ ਹੋਣੀ ਸ਼ੁਰੂ ਹੁੰਦੀ ਹੈਗੀ ਹੈ। ਤੇ ਸਭ ਤੋਂ ਵੱਡੀ ਗੱਲ ਕਿ ਲੋਕ ਤੁਹਾਡੀ ਰਿਸਪੈਕਟ ਕਰਦੇ ਨੇ। ਤੁਸੀਂ ਇੱਕ ਲੀਡਰ ਵਾਂਗੂ ਉੱਭਰ ਕੇ ਸਾਹਮਣੇ ਆਉਂਦੇ ਹੋ। ਜਦੋਂ ਵੀ ਕਿਸੇ ਨੂੰ ਕੋਈ ਵੀ ਜ਼ਰੂਰਤ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਸਲਾਹ ਲੈਣ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹਦੇ ਮਨ ਦੇ ਵਿੱਚ ਇੱਕਦਮ ਸਟਕ ਕਰਦੇ ਹੋ ਤੁਸੀਂ ਕਿ ਹਾਂ, ਇਹ ਬੰਦਾ ਹਮੇਸ਼ਾ ਅੱਗੇ ਆ ਕੇ ਕੰਮ ਕਰਨ ਦੇ ਲਈ ਜਿਹੜਾ ਆ ਉਹ ਅੱਗੇ ਆਉਂਦਾ ਹੈ, ਤੇ ਇਹ ਬੰਦਾ ਜਿਹੜਾ ਹੈ ਉਹ ਬੈਸਟ ਪਰਸਨ ਹੈਗਾ, ਇਹਦੇ ਕੋਲੋਂ ਸਲਾਹ ਲਵਾਂਗੇ ਤਾਂ ਸਾਨੂੰ ਵਧੀਆ ਸਲਾਹ ਮਿਲੂਗੀ। ਤੇ ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ
ਇਸ ਚੈਪਟਰ ਨੂੰ ਪੜਨ ਤੋਂ ਬਾਅਦ ਇੱਕ ਚੀਜ਼ ਸਮਝ ਦੇ ਵਿੱਚ ਮੈਨੂੰ ਇਹ ਆ ਰਹੀ ਹੈ ਕਿ ਸਿਖਰ ਜਿਹੜਾ ਆ ਟੌਪ ਜਿਹੜਾ ਉੱਥੇ ਬਹੁਤ ਘੱਟ ਲੋਕ ਪਹੁੰਚਦੇ ਨੇ, ਕਿਉਂਕਿ ਟੌਪ ਤੇ ਪਹੁੰਚਣ ਦੇ ਲਈ ਆਪਣੇ ਆਪ ਦੇ ਅੰਦਰ ਚੇਂਜ ਕਰਨਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਔਰ ਚੇਂਜ ਕਿੱਥੇ ਕਰਨਾ ਆ, ਬਹੁਤ ਲੋਕ ਹੁੰਦੇ ਨੇ ਜਿਹੜੇ ਕੰਮ ਸ਼ੁਰੂ ਕਰਦੇ ਨੇ, ਬਹੁਤ ਤਰ੍ਹਾਂ ਦੇ ਬਿਜ਼ਨੈਸਸ ਸ਼ੁਰੂ ਕਰਦੇ ਨੇ, ਬਹੁਤ ਤਰ੍ਹਾਂ ਦੀਆਂ ਆਪਾਂ ਮਨ ਦੇ ਵਿੱਚ ਖਿਆਲ ਆਉਂਦੇ ਨੇ ਕਿ ਮੈਂ ਇਸ ਜਿਹੜਾ ਸਟਰੀਮ ਦੇ ਵਿੱਚ ਸਟੱਡੀ ਕਰਾਂ ਤਾਂ ਮੈਨੂੰ ਸਕਸੈਸ ਮਿਲੂਗੀ, ਪਰ ਉਹ ਆਪਣੀ ਜਿਹੜੀ ਸਟਰੀਮ ਹੀ ਅੱਗੇ ਜਾ ਕੇ ਚੇਂਜ ਕਰ ਦਿੰਦੇ ਨੇ। ਮਤਲਬ ਕਿ ਉਹ ਉਸ ਸਟਰੀਮ ਤੇ ਵੀ ਖੜੇ ਨਹੀਂ ਹੋ ਪਾਉਂਦੇ ਹੈਗੇ, ਉਹ ਹੋਰ ਕਿਸੇ ਹੋਰ ਸਟਰੀਮ ਨੂੰ ਚੂਜ਼ ਕਰ ਲੈਂਦੇ ਨੇ ਐਜ਼ ਅ ਕਰੀਅਰ। ਕਈ ਵਾਰ ਤਾਂ ਉਹਦੇ ਵਿੱਚ ਸਕਸੈਸਫੁਲ ਹੋ ਜਾਂਦੇ ਨੇ, ਕਈ ਵਾਰ ਉਹ ਉਧਰ ਵੀ ਸਕਸੈਸ ਨਹੀਂ ਕਰ ਪਾਉਂਦੇ ਤੇ ਦੂਸਰੀ ਸਾਈਡ ਵੀ ਨਹੀਂ ਕਰ ਪਾਉਂਦੇ। ਇੱਥੇ ਜ਼ਰੂਰਤ ਇਹ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਇਹ ਦੇਖੋ ਕਿ ਤੁਸੀਂ ਕੰਮ ਕੀ ਕਰਨਾ ਆ, ਫਿਰ ਉਸ ਕੰਮ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਪੇਪਰ ਤੇ ਲਿਖੋ ਕਿ ਤੁਸੀਂ ਉਸ ਕੰਮ ਨੂੰ ਕਿਵੇਂ ਕਰਨਾ ਆ। ਇਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਜਿਹੜੇ ਥਾਟਸ ਆ ਉਹ ਵੇਸਟ ਨਹੀਂ ਜਾਓਗੇ, ਤੁਸੀਂ ਆਪਣੇ ਥਾਟਸ ਨੂੰ ਅੱਛੀ ਤਰ੍ਹਾਂ ਨਾਲ ਐਗਜ਼ੀਕਿਊਟ ਅਮਲ ਕਰ ਸਕੋਗੇ ਤੇ ਉਹਨਾਂ ਥਾਟਸ ਤੇ ਚੱਲ ਕੇ ਤੁਸੀਂ ਜਿਹੜੀ ਉਹ ਸਕਸੈਸ ਹਾਸਲ ਕਰ ਪਾਓਗੇ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਮੱਸਿਆਵਾਂ ਨਹੀਂ ਆਉਣਗੀਆਂ, ਪ੍ਰੋਬਲਮਸ ਨਹੀਂ ਆਉਣਗੀਆਂ, ਪਰ ਜਿਵੇਂ ਤੁਸੀਂ ਪਹਿਲਾਂ ਪੈਨਿਕ ਹੋ ਕੇ ਆਪਣੀਆਂ ਪ੍ਰੋਬਲਮਸ ਤੋਂ ਡਰ ਜਾਂਦੇ ਸੀਗੇ, ਤੁਹਾਡੇ ਅੰਦਰ ਦਾ ਜਿਹੜਾ ਡਰ ਆ ਉਹ ਕੌਨਫੀਡੈਂਸ 'ਚ ਬਦਲ ਜਾਏਗਾ ਤੇ ਤੁਸੀਂ ਜਿਹੜੇ ਆ ਇੱਕ ਸੋਲੂਸ਼ਨ ਪ੍ਰੋਵਾਈਡਰ, ਸੋਲੂਸ਼ਨ ਫਾਈਂਡਰ ਬਣ ਜਾਓਗੇ ਕਿ ਸਮੱਸਿਆ ਆਈ ਹੈ ਤਾਂ ਉਹਦਾ ਹੱਲ ਜਿਹੜਾ ਉਹ ਲੱਭਿਆ ਜਾਵੇ। ਤੇ ਸਕਸੈਸਫੁਲ ਹੋਣ ਦਾ ਇਹ ਸਭ ਤੋਂ ਵੱਡਾ ਰਾਜ ਹੈਗਾ ਹੈ ਕਿ ਆਪਣਾ ਜੋ ਵੀ ਕੰਮ ਅਸੀਂ ਸ਼ੁਰੂ ਕਰਦੇ ਹਾਂ ਉਸ ਨੂੰ ਪੂਰੀ ਲਗਨ ਦੇ ਨਾਲ, ਮਿਹਨਤ ਦੇ ਨਾਲ ਕੀਤਾ ਜਾਵੇ ਤੇ ਕੰਮ ਨੂੰ ਕਰਕੇ ਹੀ ਅਸੀਂ ਸਕਸੈਸਫੁਲ ਹੋ ਸਕਦੇ ਹਾਂ। ਥੈਂਕ ਯੂ, ਦੈਟਸ ਆਲ ਫਰਮ ਮਾਈ ਸਾਈਡ, ਬੈਕ ਟੂ ਦ ਹੋਸਟ।